ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ 'ਤੇ ਸਵਾਗਤ ਹੈ। ਆਓ ਲੜੀਵਾਰ ਵਿਚਾਰ ਦੇ ਤਹਿਤ ਅਸੀਂ ਸੁਖਮਨੀ ਸਾਹਿਬ ਜੀ ਦੇ 5ਵੇਂ ਸ਼ਲੋਕ ਅਤੇ ਤੀਸਰੇ ਪਦੇ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਹਰ ਇੱਕ ਸਿੱਖ ਦੀ ਇਹ ਅਭਿਲਾਸ਼ਾ ਹੈ ਕਿ ਮੈਨੂੰ ਗੁਰੂ ਘਰ ਜਾ ਕੇ ਸੁੱਖ ਦੀ ਪ੍ਰਾਪਤੀ ਹੋਵੇ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਮਨ ਦੇ ਸੁੱਖ ਦੀ ਗੱਲ ਹੈ, ਕਿਉਂਕਿ ਜੇ ਮਨ ਸੁੱਖ ਨੂੰ ਮੰਨ ਲਵੇ, ਉਸ ਸੁੱਖ ਦੇ ਵਿੱਚ ਸਮਾ ਜਾਵੇ, ਤੇ ਸਰੀਰ ਨੂੰ ਆਟੋਮੈਟਿਕਲੀ ਸੁੱਖ ਪ੍ਰਾਪਤ ਹੋ ਜਾਵੇਗਾ। ਹੁਣ ਵੇਖੋ ਤੀਸਰੇ ਸ਼ਲੋਕ ਵਿੱਚ ਸਤਿਗੁਰੂ ਜੀ ਕਹਿੰਦੇ, ਅਨਿਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ। ਅਨਿਕ ਪਾਤ, ਸਤਿਗੁਰੂ ਜੀ ਕਹਿੰਦੇ ਨੇ ਅਨੇਕਾਂ ਤਰੀਕੇ ਨੇ, ਅਨੇਕਾਂ ਜਿਹੜੇ ਨੇ ਨਾ ਢੰਗ ਨੇ, ਮਾਇਆ ਹੀ ਹੈ ਜਿਹਦੇ ਨਾਲ ਅਸੀਂ ਪਰਮਾਤਮਾ ਦੇ ਸਿਧਾਂਤ ਨੂੰ ਸਮਝ ਨਹੀਂ ਸਕਦੇ। ਮਾਇਆ ਦੇ ਵਿੱਚ ਅਗਿਆਨਤਾ, ਇਹ ਕਹਿ ਲਈਏ ਅਗਿਆਨਤਾ ਜਿਹੜੀ ਮਾਇਆ ਦਾ ਮੂਲ ਹੈ। ਸੋ ਸਤਿਗੁਰੂ ਜੀ ਵੇਖੋ ਸਾਨੂੰ ਅੱਜ ਸਮਝਾਉਣਾ ਕਰਦੇ ਨੇ ਕਿ ਅਗਿਆਨਤਾ ਵੀ ਕਈ ਤਰ੍ਹਾਂ ਦੀ ਹੈ। ਖਾਸ ਕਰਕੇ ਧਰਮ ਦੇ ਨਾਂ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਲੁੱਟਿਆ ਜਾ ਰਿਹਾ ਹੈ। ਧਰਮ ਦੇ ਨਾਂ 'ਤੇ ਸਰ ਪਰ ਹੋਵਤ ਜਾਨ ਅਨੇਤ, ਸਰ ਪਰ ਦਿਮਾਗ ਵਿੱਚ ਸਾਡੇ ਅਨੇਕ ਤਰ੍ਹਾਂ ਦੇ ਗਿਆਨ ਪ੍ਰਾਪਤ ਕਰਵਾਏ ਜਾ ਰਹੇ ਨੇ, ਜਾਂ ਇਹ ਕਹਿ ਲਈਏ ਕਿ ਅਨੇਕ ਤਰ੍ਹਾਂ ਨਾਲ ਸਾਡੇ ਦਿਮਾਗ ਵਿੱਚ ਫਿੱਟ ਕੀਤਾ ਜਾ ਰਿਹਾ ਕਿ ਰੱਬ ਦੀ ਬਖਸ਼ਿਸ਼ ਤੁਹਾਨੂੰ ਇੰਝ ਮਿਲਣੀ ਜੇ, ਰੱਬ ਤੁਹਾਨੂੰ ਇੰਝ ਮਿਲਣਾ, ਪਰਮਾਤਮਾ ਦੀ ਬਖਸ਼ਿਸ਼ ਤੁਹਾਡੇ ਘਰ ਇੰਝ ਹੋਵੇਗੀ, ਤੁਹਾਡੇ ਘਰ ਇੰਝ ਹੋਵੇਗੀ। ਇਹ ਪੁਜਾਰੀਵਾਦ ਦੀ ਸੋਚ ਸੀ, ਜਿਹਨੂੰ ਸਤਿਗੁਰੂ ਜੀ ਨੇ ਬਿਲਕੁਲ ਕਲੀਅਰ ਕਰ ਦਿੱਤਾ ਵੀ ਸਿੱਖਾ ਤੂੰ ਉਸ ਸੋਚ ਤੋਂ ਉੱਚਾ ਉੱਠ ਕੇ ਪਰਮਾਤਮਾ ਨੂੰ ਸਮਝ ਗਈ। ਪਰਮਾਤਮਾ ਕੀ ਹੈ? ਪਰਮਾਤਮਾ ਇੱਕ ਨਿਯਮ ਹੈ, ਪਰਮਾਤਮਾ ਇੱਕ ਸਿਧਾਂਤ ਹੈ, ਤੇ ਉਸ ਸਿਧਾਂਤ ਵਿੱਚ ਜੀਵਨ ਜਿਉਣਾ ਹੀ ਤੇਰੇ ਲਈ ਪਰਮਾਤਮਾ ਦੀ ਬਖਸ਼ਿਸ਼ ਹੈ। ਹੁਣ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਬਿਰਖੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿਓ ਮਨ ਪਛਤਾਵੈ। ਹੁਣ ਕਹਿੰਦੇ ਪੇੜ ਦੀ ਛਾਂ ਹੋਵੇ ਤੇ ਬੰਦਾ ਉੱਥੇ ਸੌਂ ਜਾਂਦਾ ਹੈ। ਤੁਸੀਂ ਪਿੰਡਾਂ ਵਿੱਚ, ਕਿਉਂਕਿ ਉਸ ਸਮੇਂ ਦੀਆਂ ਗੱਲਾਂ ਨੇ, ਇਹਨਾਂ ਨੂੰ ਕਾਵਿ ਰਚਨਾ ਵਿੱਚ ਲਿਖਿਆ ਗਿਆ। ਅੱਜ ਵੀ ਅਸੀਂ ਲਾ ਲਈਏ, ਸਾਨੂੰ ਕਿਤੇ ਸੜਕ 'ਤੇ ਬੜੀ ਧੁੱਪ ਲੱਗ ਰਹੀ ਹੈ ਤੇ ਸਾਡਾ ਜੀਅ ਕਰਦਾ ਕਿ ਅਸੀਂ ਸਵਾਸ ਲੈ ਲਈਏ ਕੁਝ ਸਮੇਂ ਲਈ, ਤੇ ਉੱਥੇ ਛਾਂ 'ਚ ਬਹਿ ਜਾਈਏ ਤੇ ਉਹਨੂੰ ਵੀ ਅਸੀਂ ਰੰਗ ਮਾਰਨਾ ਸ਼ੁਰੂ ਕਰ ਦਈਏ ਕਿ ਆਹ ਹਾ ਹਾ ਹਾ। ਪਰ ਜਿਵੇਂ ਜਿਵੇਂ ਸੂਰਜ ਢਲੇਗਾ ਉਹ ਛਾਂ ਆਪਣਾ ਰੰਗ ਬਦਲੇਗੀ, ਛਾਂ ਦੂਜੇ ਪਾਸੇ ਚਲੇ ਜਾਵੇਗੀ। ਤੇ ਇਸ ਲਈ ਸਤਿਗੁਰੂ ਜੀ ਕਹਿੰਦੇ ਉਹ ਬਿਰਸਾ ਖਤਮ ਹੋ ਜਾਣੀ ਹੈ। ਉਹ ਮਨ ਪਛਤਾਵਾ, ਫਿਰ ਮਨ ਵਿੱਚ ਹੀ ਆਵੇਗਾ ਵੀ ਕਮਾਲ ਹੋ ਗਈ, ਮੈਂ ਇੱਥੇ ਸੁੱਤਾ ਸੀ, ਧੁੱਪ ਆ ਗਈ, ਫਿਰ ਫਟਾਫਟ ਉੱਠ ਕੇ ਉੱਧਰ ਭੱਜਾਂਗੇ ਜਿੱਧਰ ਛਾਂ ਗਈ ਹੈ। ਹੁੰਦਾ ਹੈ ਜਦੋਂ ਕਿਤੇ ਤੁਸੀਂ ਪਿੰਡਾਂ ਵਿੱਚ ਨਹੀਂ ਦੇਖਿਆ ਹੋਣਾ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਹੁਣ ਤਾਂ ਅਸੀਂ ਪੇੜ ਹੀ ਵੱਢੀ ਜਾ ਰਹੇ ਹਾਂ। ਸੋ ਪਿਆਰ ਵਾਲਿਓ, ਇੱਥੇ ਸਤਿਗੁਰੂ ਜੀ ਸਮਝਾਉਣਾ ਇਹ ਕਰਦੇ ਨੇ ਕਿ ਜਿਵੇਂ ਉਹ ਇੱਕ ਯਾਤਰੀ ਪੇੜ ਦੀ ਛਾਂ ਨੂੰ ਮੂਲ ਬਣ ਕੇ ਬਹਿ ਗਿਆ, ਉਵੇਂ ਅਸੀਂ ਅਗਿਆਨਤਾ, ਕਿਉਂਕਿ ਮਾਇਆ ਕੇ ਅਗਿਆਨਤਾ ਨਾਲ ਇੰਨਾ ਪ੍ਰੇਮ ਪਾ ਰਿਹਾ ਉਸ ਪੁਜਾਰੀਵਾਦ ਦੀ ਸੋਚ ਨਾਲ ਕਿ ਫਿਰ ਜਦੋਂ ਸਾਨੂੰ ਉਹ ਸੁੱਖ ਪ੍ਰਾਪਤ ਨਹੀਂ ਹੁੰਦਾ ਤੇ ਫਿਰ ਅਸੀਂ ਕਹਿ ਦਿੰਦੇ ਹਾਂ ਮਨ ਦੇ ਵਿੱਚ ਪਛਤਾਵਾ ਹੀ ਹੈ ਨਾ। ਮੈਨੂੰ ਇੱਕ ਛੋਟੀ ਜਿਹੀ ਡੈਫੀਨੇਸ਼ਨ ਯਾਦ ਆ ਗਈ, ਕਿਉਂਕਿ ਮੇਰੇ ਪੜੋਸੀ ਦੇ ਨਾਲ, ਗੁਆਂਢੀ ਕਹਿ ਲਈਏ, ਨਾਲ ਇਹ ਕੰਮ ਹੋਇਆ। ਉਹ ਗਿਆ ਦਿੱਲੀ ਕਿਸੇ ਕੋਲੋਂ, ਕਹਿੰਦਾ ਤੂੰ ਫਿਕਰ ਹੀ ਨਾ ਕਰ, ਮੈਂ ਤੇਰੀ ਪੂਜਾ ਕਰਦਾ। ਇੰਨੇ ਪੈਸੇ ਦੇ ਕੇ ਉਹਨੇ ਪੂਜਾ ਕੀਤੀ, ਕਹਿੰਦਾ ਜਾ तेरा वीज़ा अमरीका का लगना ही लगना, दुनिया की कोई ताकत रोक ही नहीं सकती।
ਗਿਆ, ਕੁਝ ਸ਼ਰਤਾਂ ਨਹੀਂ ਉਹਨਾਂ ਦੀਆਂ ਪੂਰੀਆਂ ਕਰ ਸਕਿਆ, ਵੀਜ਼ਾ ਨਹੀਂ ਮਿਲਿਆ, ਰਿਫਿਊਜ਼ ਹੋ ਗਿਆ। ਤੇ ਉਹ ਗਿਆ ਉਹਦੇ ਕੋਲ, ਉਹ ਕਹਿੰਦਾ ਵੀ ਜਦੋਂ ਤੂੰ ਘਰੋਂ ਗਿਆ ਸਿੱਧਾ ਪੰਜਾਬ ਤੋਂ ਦਿੱਲੀ ਇੰਨੇ ਘੰਟੇ ਲੱਗਦੇ ਨੇ, ਕਿਤੇ ਰੁਕਿਆ ਸੀ? ਕਹਿੰਦਾ ਹਾਂਜੀ ਇੱਕ ਜਗ੍ਹਾ ਰੁਕਿਆ ਸੀ, ਉੱਥੇ ਮੈਂ ਰੋਟੀ ਖਾਧੀ ਸੀ। ਕੀ ਖਾਧਾ ਸੀ? ਕਹਿੰਦਾ ਜੀ ਮੈਂ ਕੁਛ ਨਹੀਂ, ਇੱਕ ਆਮਲੇਟ ਖਾਧਾ ਸੀ, 2 ਪਰੌਂਠੇ ਦਹੀਂ। ਕਹਿੰਦਾ ਬਸ ਆਹੀ ਤੇ ਤੂੰ ਮੇਰੀ ਕੀਤੀ ਸਾਰੀ ਸਾਧਨਾ ਭੰਗ ਕਰ ਦਿੱਤੀ, ਤੂੰ ਆਂਡਾ ਖਾ ਲਿਆ। ਉਹ ਪਿਆਰ ਵਾਲਿਓ, ਕਿਸੇ ਨਾ ਕਿਸੇ ਢੰਗ ਨਾਲ ਉਹਨੇ ਬੰਦੇ ਨੂੰ ਹੀ ਦੋਸ਼ ਦੇ ਦੇਣਾ। ਕਿਉਂ? ਅਨੇਕਾਂ ਤਰੀਕਿਆਂ ਨਾਲ ਉਹਨੇ ਬੰਦੇ ਨੂੰ ਇਹ ਸਮਝਾ ਦੇਣਾ ਵੀ ਰੱਬ ਦੀ ਬਖਸ਼ਿਸ਼ ਤੇ ਤੈਨੂੰ ਮਿਲਣੀ ਵਾਲੀ, ਤੇਰਾ ਵੀਜ਼ਾ ਤੇ ਲੱਗਣ ਹੀ ਵਾਲਾ ਸੀ, ਪਰ ਤੂੰ ਰਸਤੇ ਵਿੱਚ ਆਂਡਾ ਖਾ ਲਿਆ। ਸੋ ਮਹਾਰਾਜ ਜੀ ਕਹਿੰਦੇ ਨੇ, ਵੇਖੋ ਕਿੰਨੇ ਸੋਹਣੇ ਕਹਿੰਦੇ ਨੇ, ਜੋ ਦਿਸੈ ਸੋ ਚਾਲਣਹਾਰ, ਲਪਟ ਰਿਓ ਤੈ ਅੰਧ ਆਂਧਾਰ। ਕਹਿੰਦੇ ਜੋ ਵੀ ਤੈਨੂੰ ਇਹ ਦਿਖਦਾ ਪਿਆ ਨਾ, ਇਹ ਸਮੇਂ ਨੇ, ਕੁਝ ਸਮਾਂ ਹੈ, ਆਪਣੇ ਸਮੇਂ ਦੇ ਅਨੁਸਾਰ ਹਰ ਇੱਕ ਚੀਜ਼ ਨੇ ਇੱਥੋਂ ਇੱਕ ਪਰਮਾਤਮਾ ਦਾ ਸਿਧਾਂਤ ਹੈ ਜਿਹਨੇ ਖਤਮ ਨਹੀਂ ਹੋਣਾ। ਪਰਮਾਤਮਾ ਦਾ ਇੱਕ ਨਿਯਮ ਹੈ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਇਸੇ ਤਰ੍ਹਾਂ ਚੱਲਦਾ ਰਹਿਣਾ। ਤੇ ਕਹਿੰਦੇ ਤੂੰ ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ ਜਿਨ੍ਹਾਂ ਚੀਜ਼ਾਂ ਨੂੰ ਇੱਕ ਦਿਨ ਤੂੰ ਖੁਦ ਛੱਡ ਕੇ ਚਲੇ ਜਾਣਾ। ਅੱਜ ਆਤਮਿਕ ਮੌਤ ਮਰਨ ਨੂੰ ਤਿਆਰ ਹੈ, ਪਰ ਸਰੀਰ ਦੀ ਮੌਤ ਦੇ ਨਾਂ ਤੇ ਨਾ ਤੇ ਕਿਸੇ ਨੂੰ ਯਾਦ ਹੈ, ਨਾ ਕੋਈ ਮਰਨ ਲਈ ਤਿਆਰ ਹੈ। ਲੋਕਾਂ ਨੂੰ ਵੇਖ ਵੇਖ ਕੇ ਵੀ ਹਰ ਇੱਕ ਦੇ ਮਨ ਵਿੱਚ ਇਹੀ ਆਉਂਦਾ ਕਿ ਮੈਂ ਕਿਹੜਾ ਮਰਨਾ, ਅਜੇ ਮੇਰੀ ਅਜੇ ਉਮਰ ਹੀ ਕੋਈ ਨਹੀਂ ਹੋਈ, ਅਜੇ ਤਾਂ ਮੈਂ ਬੜਾ ਜੀਵਨ ਜਿਉਣਾ। ਸੋ ਸਤਿਗੁਰੂ ਜੀ ਕਹਿੰਦੇ ਬਟਾਓ ਸਿਓ ਜੋ ਲਾਵੈ ਨੇ, ਤਾਂ ਕਿਉ ਹਾਥ ਨਾ ਆਵੈ ਕੇ। ਕਹਿੰਦੇ ਜਿਵੇਂ ਇੱਕ ਯਾਤਰੀ ਦੇ ਨਾਲ ਪਿਆਰ ਕੋਈ ਪਾ ਲਵੇ ਤੇ ਤੇਰੇ ਹੱਥ ਵਿੱਚ ਕੀ ਆਉਣਾ? ਕੁਝ ਵੀ ਨਹੀਂ। ਇੱਕ ਯਾਤਰੀ ਨੇ ਇੱਕ ਦਿਨ ਜਾਣਾ ਹੀ ਜਾਣਾ, ਤੂੰ ਉਹਨੂੰ ਕਿੰਨਾ ਸਮਾਂ ਰੋਕ ਲਵੋਗੇ? ਉਹਨੂੰ ਅਸੀਂ ਕਿੰਨਾ ਸਮਾਂ ਰੋਕ ਸਕਦੇ ਹਾਂ, ਕਿਤਨਾ ਸਮਾਂ ਉਹਦੇ ਨਾਲ ਗੁਜ਼ਾਰ ਸਕਦੇ ਹਾਂ? ਤੇ ਸਤਿਗੁਰੂ ਜੀ ਕਹਿੰਦੇ ਤੂੰ ਉਹਦੇ ਨਾਲ ਪਿਆਰ ਪਾ ਲਿਆ, ਪਰ ਤੇਰੇ ਹੱਥ ਵਿੱਚ ਕੀ ਆਵੇਗਾ? ਅੱਜ ਉਹੀ ਚੀਜ਼ ਹੋ ਰਹੀ ਹੈ ਨਾ ਕਿ ਪੁਜਾਰੀਵਾਦ ਦੀ ਸੋਚ ਦੇ ਨਾਲ ਅਸੀਂ ਕੰਮ ਕਰਵਾਈ ਜਾਂਦੇ ਹਾਂ। ਉਹ ਜੋ ਸਾਨੂੰ ਕਹੀ ਜਾਂਦਾ ਵੀ ਇੰਝ ਪੂਜਾ ਕਰੋ, ਉਹ ਪੂਜਾ ਕਰੋ, ਇਹ ਕਰੋ, ਉਹ ਕਰੋ, ਅੱਜ ਉਹ ਵੀ ਸਿੱਖ ਵੀ ਕਰ ਰਹੇ ਹਨ। ਅੱਜ ਇਹ ਗੱਲ ਕਿ ਪੁਜਾਰੀ ਦੀ ਡੈਫੀਨੇਸ਼ਨ ਬਦਲ ਗਈ। ਅੱਜ ਮੇਰੇ ਵਰਗੇ ਪੱਗਾਂ ਵਾਲੇ ਬੜੇ ਪੁਜਾਰੀ ਬਣੇ ਫਿਰਦੇ ਨੇ, ਔਰ ਪੁਜਾਰੀਵਾਦ ਦੀ ਸੋਚ ਨਾਲ ਸੰਗਤ ਨੂੰ ਜੋੜ ਰਹੇ ਨੇ। ਜੇ ਉਹਨਾਂ ਨੂੰ ਪੁੱਛੀਏ ਵੀ ਤੂੰ ਇਹ ਕਿਉਂ ਕਰਦਾ, ਉਹ ਕਹਿੰਦਾ ਤੂੰ ਦੇਸ਼ ਤੋਂ ਆਇਆ ਕੀ ਕਰਨ ਸੀ? ਪੈਸੇ ਕਮਾਉਣ ਆਇਆ, ਆਪਣੇ ਪੈਸਿਆਂ ਨਾਲ ਮਤਲਬ ਰੱਖ, ਤੂੰ ਗੁਰੂ ਨਾਨਕ ਨਹੀਂ ਬਣ ਸਕਦਾ। ਪਿਆਰ ਵਾਲਿਓ, ਜੇ ਗੁਰੂ ਨਾਨਕ ਨੇ ਇਹ ਗੱਲ ਸੋਚੀ ਹੁੰਦੀ ਤੇ ਕੀ 35 ਮਹਾਂਪੁਰਸ਼ਾਂ ਦਾ ਗਿਆਨ ਅੱਜ ਸਿੱਖ ਦੇ ਅੱਗੇ ਹੁੰਦਾ? ਕਿਸ ਚੀਜ਼ ਦੀ ਕਮੀ ਸੀ? ਇੱਕ ਮਨਿਸਟਰ ਦੇ ਪੁੱਤਰ ਨੇ ਘਰ ਵਿੱਚ ਹਰ ਸੁੱਖ ਸੁਵਿਧਾ ਹੈ, ਪਰ ਹਰ ਇੱਕ ਸੁੱਖ ਸੁਵਿਧਾ ਦਾ ਤਿਆਗ ਕਰਕੇ ਲੋਕਾਂ ਨੂੰ ਜਗਾਇਆ। ਔਰ ਉਹਨਾਂ 35 ਮਹਾਂਪੁਰਸ਼ਾਂ ਦਾ ਗਿਆਨ ਹਰ ਇੱਕ ਸਿੱਖ ਦੇ ਅੱਗੇ ਰੱਖਿਆ, ਜਿਨ੍ਹਾਂ 35 ਮਹਾਂਪੁਰਖਾਂ ਦਾ ਵੇਖੋ ਜੀਵਨ ਦੇਖੋ ਤੇ ਕਿਸ ਤਰ੍ਹਾਂ ਦਾ ਜੀਵਨ ਗੁਜ਼ਾਰ ਕੇ ਗਏ, ਪਰ ਪਰਮਾਤਮਾ ਦੇ ਸਿਧਾਂਤ ਦੀ ਗੱਲ ਕਰਦੇ ਰਹੇ ਕਿ ਆਹ ਪਰਮਾਤਮਾ ਦਾ ਸਿਧਾਂਤ ਸਾਨੂੰ ਕਹਿੰਦਾ। ਤੇ ਅੱਜ ਸਿੱਖ ਉਸ ਸਮਝਾਏ ਗਏ ਸਿਧਾਂਤ ਨੂੰ ਮੱਥਾ ਟੇਕ ਰਹੇ ਨੇ, ਪਰ ਉਸ ਸਿਧਾਂਤ ਨੂੰ ਮੰਨਣ ਦੀ ਕੋਸ਼ਿਸ਼ ਨਹੀਂ ਕਰਦੇ, ਔਰ ਉਸ ਸਿਧਾਂਤ ਦੇ ਅਨੁਸਾਰ ਜੀਵਨ ਜਿਉਣਾ ਤਾਂ ਬੜੀ ਦੂਰ ਦੀ ਗੱਲ ਹੈ। ਸੋ ਸਤਿਗੁਰੂ ਜੀ ਨੇ ਵੇਖੋ ਲਾਸਟ ਪੰਕਤੀਆਂ ਵਿੱਚ ਇਹ ਫੈਸਲਾ ਦੇ ਦਿੱਤਾ ਹੈ, ਜਾਂ ਇਹ ਕਹਿ ਲਈਏ ਕਿ ਮੋਹਰ ਲਾ ਦਿੱਤੀ ਇਹ ਫੈਸਲੇ ਦੇ ਉੱਤੇ, ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ। ਐ ਮਨਾ, ਪਰਮਾਤਮਾ ਹੀ ਹੈ, ਸਿਧਾਂਤ ਤੇ ਗੁਣ ਨੇ ਨਾ, ਕਿਉਂਕਿ ਗੁਣ ਆ ਗਿਆ ਨਾ ਪਹਿਲਾਂ ਹੀ। ਸੋ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੇ ਗੁਣ ਹੀ ਨੇ ਜਿਹਦੇ ਨਾਲ ਤੈਨੂੰ ਸੁੱਖ ਪ੍ਰਾਪਤ ਹੋ ਸਕਦਾ, ਕਿਉਂਕਿ ਗੁਰਬਾਣੀ ਤੇ ਮਨ ਨੂੰ ਸੰਬੋਧਨ ਕਰਨੀ ਨਾ, ਮਨ ਨੂੰ ਟਿਕਾ ਆਉਣਾ ਚਾਹੀਦਾ ਹੈ, ਮਨ ਦੇ ਵਿੱਚ ਵਿਸ਼ਰਾਮ ਆਉਣਾ ਚਾਹੀਦਾ, ਟਿਕ ਜਾਣਾ ਚਾਹੀਦਾ ਹੈ। ਤੇ ਸਤਿਗੁਰੂ ਜੀ ਫਿਰ ਮੈਂ ਇਸ ਤਰ੍ਹਾਂ ਕਰਨਾ ਵਾ, ਮੈਂ ਉੱਥੋਂ ਇਤਨੇ ਅਖੰਡ ਪਾਠ ਸਾਹਿਬ ਜਾਂ ਇਤਨੇ ਸਹਿਜ ਪਾਠ ਕਰਵਾ ਲੈਣਾ, ਜਾਂ 40 ਦਿਨ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਕਰਵਾ ਲੈਣਾ, ਤੇ ਮੇਰਾ ਮਨ
ਦੇ ਵਿੱਚ ਸੁੱਖ ਆ ਜਾਵੇਗਾ। ਸਤਿਗੁਰੂ ਜੀ ਵੇਖੋ ਨਾਲ ਹੀ ਫੈਸਲਾ ਦਿੰਦੇ ਨੇ, ਕਰ ਕਿਰਪਾ। ਸਿੱਖਾਂ ਕਿਰਪਾ ਵਿੱਚ ਤੇ ਤੂੰ ਜੁੜਨਾ ਖੁਦ। ਨਾਨਕ ਸਾਹਿਬ ਜੀ ਕਹਿੰਦੇ ਨਾ, ਨਾਨਕ ਆਪ ਲੈ ਲਾਈ, ਆਪ ਲਾਉਣਾ ਪਏਗਾ ਤੈਨੂੰ। ਜੋ ਗੁਰੂ ਤੈਨੂੰ ਗਿਆਨ ਬਖਸ਼ ਰਿਹਾ, ਉਸ ਗਿਆਨ ਨੂੰ ਸਮਝ ਕੇ ਜੀਵਨ ਤੈਨੂੰ ਖੁਦ ਜਿਉਣਾ ਪਵੇਗਾ। ਉਹ ਗੁਣਾਂ ਨਾਲ ਤੈਨੂੰ ਖੁਦ ਜੀਵਨ ਜਿਉ ਕੇ ਉਸ ਪਰਮਾਤਮਾ ਦੀ ਬਖਸ਼ਿਸ਼ ਲੈਣੀ ਪਵੇਗੀ। ਕੋਈ ਦੂਸਰਾ ਤੇਰੇ ਲਈ, ਕੋਈ ਪੁਜਾਰੀ ਤੇਰੇ ਲਈ ਕੁਝ ਨਹੀਂ ਕਰ ਸਕਦਾ। ਕੋਈ ਪੁਜਾਰੀਵਾਦ ਤੇਰੇ ਵਾਸਤੇ ਕੁਝ ਨਹੀਂ ਕਰ ਸਕਦਾ। ਜੇ ਕੋਈ ਕਰ ਸਕਦਾ ਹੈ ਤੇ ਉਹ ਪਰਮਾਤਮਾ ਦਾ ਸਿਧਾਂਤ ਹੈ, ਪਰਮਾਤਮਾ ਦੇ ਗੁਣ ਹਨ। ਤੇ ਸੋ ਅੱਜ ਦੇ ਇਸ ਤੀਸਰੇ ਪਦੇ ਵਿੱਚ ਸਤਿਗੁਰੂ ਜੀ ਵੇਖੋ, ਕਿਉਂਕਿ ਸਲੋਕ ਸੀ ਨਾ, ਦੇਣਹਾਰ ਪ੍ਰਭ ਛੁੱਟ ਗਏ। ਦੇਣ ਵਾਲੇ ਉਹ ਗੁਣ ਨੇ, ਪਰ ਅਸੀਂ ਦੂਸਰੇ ਸਵਾਦਾਂ ਵਿੱਚ ਰਚੇ ਹੋਏ ਹਾਂ। ਉਸੇ ਚੀਜ਼ ਨੂੰ ਅੱਜ ਸਤਿਗੁਰੂ ਜੀ ਤੀਸਰੇ ਪਦੇ ਵਿੱਚ ਕਲੀਅਰ ਕਰ ਰਹੇ ਨੇ। ਤੇ ਪਿਆਰ ਵਾਲਿਓ, ਗੁਰੂ ਦੇ ਗਿਆਨ ਨੂੰ ਜੀਵਨ ਦਾ ਆਧਾਰ ਬਣਾਈਏ। ਉਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਈਏ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾ ਕੇ ਬੈਠੇ ਹੋਏ ਹਾਂ, ਜੀਵਨ ਦਾ ਮੂਲ ਬਣਾ ਕੇ ਬੈਠੇ ਹੋਏ ਹਾਂ। ਸਤਿਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰਨ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ